Hello, dear students. How are you? Are you fine? Good. Very good. Dear students, today we have to discuss about a mathematics topic that is profit and loss. Profits means law, loss means honey. You must have heard a quotation: if it is winter, can spring be far behind? एक कहावत है ਕਿ ਜੇਕਰ ਵਿੰਟਰ ਹੈ ਨਾ ਸਰਦੀ ਦਾ ਮੌਸਮ ਹੈ ਤੇ ਉਸ ਤੋਂ ਬਾਅਦ ਸਪਰਿੰਗ ਜਾਂ ਬਹਾਰ ਦਾ ਮੌਸਮ ਵੀ ਆਏਗਾ ਹੀ ਆਏਗਾ, ਕੋਈ ਬਹੁਤੀ ਦੇਰੀ ਉਸ ਦੇ ਵਿੱਚ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਵੀ ਕੋਈ ਆਦਮੀ ਬਿਜ਼ਨਸ ਦੇ ਵਿੱਚ ਪੈਂਦਾ ਹੈ ਤੇ ਉਸ ਨੂੰ ਭਲੀ ਭਾਂਤ ਪਤਾ ਹੁੰਦਾ ਹੈ ਕਿ ਪ੍ਰੋਫਿਟ ਤੇ ਲਾਸ, ਲਾਭ ਤੇ ਹਾਨੀ ਦੋ ਸਕੇ ਭਰਾ ਨੇ, ਕਦੇ ਪ੍ਰੋਫਿਟ ਹੁੰਦਾ ਹੈ ਕਦੇ ਲਾਸ ਹੁੰਦਾ ਹੈ। ਇਸ ਕਰਕੇ ਜਿਹੜਾ ਅੱਛਾ ਬਿਜ਼ਨਸਮੈਨ ਹੈ ਉਹ ਸ਼ੁਰੂ ਤੋਂ ਹੀ ਮੈਂਟਲੀ ਪ੍ਰਪੇਅਰ ਹੁੰਦਾ ਹੈ ਕਿ ਜਦੋਂ ਬਿਜ਼ਨਸ ਕਰਨਾ ਹੈ ਤੇ ਕਦੇ ਲਾਭ ਵੀ ਹੋ ਸਕਦਾ ਹੈ ਤੇ ਹਾਨੀ ਵੀ ਹੋ ਸਕਦੀ ਹੈ। ਤਾਂ ਇਸ ਕਰਕੇ ਉਹ ਆਪਣਾ ਕੰਮ ਜਾਰੀ ਰੱਖਦਾ ਹੈ। ਤਾਂ ਹੁਣ ਆਓ ਅਸੀਂ ਇਸ ਦੇ ਬਾਰੇ, ਪ੍ਰੋਫਿਟ ਐਂਡ ਲਾਸ ਦੇ ਬਾਰੇ कुछ फार्मूले डिस्कस करिए। पहला है कि जो कॉस्ट प्राइस है सीपी जिसको आप बोलते हाँ, ये है कि खरीद मुल a price at which an article is purchased। जिस मुद्दे कोई चीज खरीदी जाती है वो कॉस्ट प्राइस होता है ते सेल प्राइस नेचुरली a price at which an article is sold। ਉਹ ਕੀਮਤ ਜਿਸ ਤੇ ਕਿ ਕੋਈ ਚੀਜ਼ ਵੇਚੀ ਜਾਂਦੀ ਹੈ। ਔਰ ਉਸ ਤੋਂ ਬਾਅਦ ਜੋ ਪ੍ਰੋਫਿਟ ਹੋਣਾ ਹੈ ਉਹ ਕਿਵੇਂ ਪਤਾ ਲੱਗੇਗਾ? ਪ੍ਰੋਫਿਟ ਹੋਣਾ ਹੈ ਤਾਂ ਸੇਲ ਪ੍ਰਾਈਸ ਜ਼ਿਆਦਾ ਹੋਏਗੀ ਤੇ ਕਾਸਟ ਪ੍ਰਾਈਸ ਘੱਟ ਹੋਏਗੀ। ਇਸ ਕਰਕੇ ਸੇਲ ਪ੍ਰਾਈਸ ਦੇ ਵਿੱਚੋਂ ਕਾਸਟ ਪ੍ਰਾਈਸ ਆਪਾਂ ਲੈਸ ਕਰ ਦਿਆਂਗੇ ਤੇ ਇਹ ਸਾਡਾ प्रॉफिट आ जाएगा। और अगर परसेंटेज इसकी निकालनी है, प्रॉफिट परसेंट, तो फिर की फार्मूला है कि टोटल प्रॉफिट जितना होगा डिवाइडेड बाई कॉस्ट प्राइस, जिन्नी लागत कीमत है ਅਤੇ ਉਸ ਨੂੰ 100 ਦੇ ਨਾਲ ਮਲਟੀਪਲਾਈ ਕਰ ਦਿੱਤਾ ਜਾਂਦਾ ਹੈ। ਮੀਨਿੰਗ ਟੋਟਲ ਪ੍ਰੋਫਿਟ ਡਿਵਾਈਡਡ ਬਾਈ ਕਾਸਟ ਪ੍ਰਾਈਸ ਮਲਟੀਪਲਾਈਡ ਬਾਈ 100। ਇਹ प्रॉफिट परसेंट आ जाता है। इसी तरह जेकर लॉस होया है ते फिर कॉस्ट प्राइस, जेकर लॉस होता है ते फिर कॉस्ट प्राइस जो है वो ज्यादा होएगी ते सेल प्राइस घट होएगी। तो सीपी दे विचों से जो सेल प्राइस जो सेल प्राइस आप लेस कर देंगे, मीनिंग के माइनस कर देंगे तो ये लॉस आ जाएगा। ਤੇ ਇਸੇ ਤਰ੍ਹਾਂ ਲਾਸ ਪਰਸੈਂਟ ਜੇਕਰ ਨਿਕਾਲਣਾ ਹੋਵੇ ਤੇ ਜਿੰਨਾ ਲਾਸ ਹੋਇਆ ਟੋਟਲ ਲਾਸ ਡਿਵਾਈਡਡ ਬਾਈ ਕਾਸਟ ਪ੍ਰਾਈਸ ਮਲਟੀਪਲਾਈਡ ਬਾਈ 100। ਤਾਂ ਇਸ ਫਾਰਮੂਲੇ ਦੇ ਨਾਲ ਲਾਸ ਪਰਸੈਂਟ ਕੈਲਕੂਲੇਟ ਕੀਤਾ ਜਾਂਦਾ ਹੈ। ਹੁਣ ਸੇਲ ਪ੍ਰਾਈਸ ਕੈਲਕੂਲੇਟ ਕਰਨ ਦੇ ਵਾਸਤੇ ਜਦੋਂ ਕਿ ਕਾਸਟ ਪ੍ਰਾਈਸ ਦਿੱਤੀ ਹੋਵੇ ਤੇ ਇਹ ਫਾਰਮੂਲਾ ਅਪਲਾਈ ਕੀਤਾ ਜਾਂਦਾ ਹੈ ਕਿ ਕਾਸਟ ਪ੍ਰਾਈਸ ਇਨਟੂ ਬ੍ਰੈਕਟ 100 ਪਲੱਸ ਪ੍ਰੋਫਿਟ ਪਰਸੈਂਟ, जिन्ने परसेंट प्रॉफिट होया है उसको 100 ਦੇ ਵਿੱਚ ਜੋੜ ਦਿੱਤਾ ਜਾਂਦਾ ਹੈ एंड डिवाइड बाय 100। और अगर लॉस होया है तो फिर यही फार्मूला इस तरह बन जाता है कि सेल प्राइस इज इक्वल टू कॉस्ट प्राइस इनटू 100 माइनस लॉस परसेंट, माइनस लॉस परसेंट। इतने लॉस जो है उसको माइनस कर दिया जाता है डिवाइड बाय 100। ਇਸ ਤਰ੍ਹਾਂ ਜੇਕਰ ਸਾਨੂੰ ਸੇਲ ਪ੍ਰਾਈਸ ਦਿੱਤੀ ਹੋਵੇ ਤੇ ਲਾਭ ਜਾਂ ਹਾਨੀ ਹੋਈ ਹੋਵੇ ਤੇ ਫਿਰ ਕਾਸਟ ਪ੍ਰਾਈਸ ਕੈਲਕੂਲੇਟ ਕਰਨ ਦਾ ਫਾਰਮੂਲਾ ਇਹ ਹੈ ਕਿ ਕਾਸਟ ਪ੍ਰਾਈਸ ਇਜ਼ ਇਕੁਅਲ ਟੂ ਸੇਲ ਪ੍ਰਾਈਸ ਇਨਟੂ 100 ਡਿਵਾਈਡਡ ਬਾਈ 100 ਪਲੱਸ ਪ੍ਰੋਫਿਟ ਪਰਸੈਂਟ। ਜਿੰਨੇ ਪਰਸੈਂਟ ਪ੍ਰੋਫਿਟ ਹੋਇਆ ਉਸ ਨੂੰ 100 ਦੇ ਵਿੱਚ ਜੋੜ ਕੇ ਤੇ ਇਸ ਨੂੰ ਮੀਨਿੰਗ ਕੇ ਡਿਵਾਈਡ ਕਰ ਦਿੱਤਾ ਜਾਂਦਾ ਹੈ। ਭਾਵ ਕੀ ਹੈ ਕਿ sale price multiplied by 100 divided by 100 plus profit percent, and if there is loss then this very formula becomes like this: cost price
is equal to sale price into 100 divided by 100 minus loss percent। ਤਾਂ ਇਹ ਫਾਰਮੂਲੇ ਜਿਹੜੇ ओरिजिनल ਫਾਰਮੂਲੇ ਨੇ ਸਾਨੂੰ ਇਹ ਅੱਛੀ ਤਰ੍ਹਾਂ ਟੈਕਸਟ ਦੇ ਉੱਤੇ ਹੋਣੇ ਚਾਹੀਦੇ ਨੇ ਤਾਂ ਕਿ ਅਸੀਂ ਜੋ ਸਮਸ ਨੇ ਉਹਨਾਂ ਨੂੰ ਸੋਲਵ ਕਰਨ ਦੇ ਸਮਰੱਥ ਹੋ ਪਾਵਾਂਗੇ। ਤੇ ਹੁਣ ਇੱਕ ਇੰਪੋਰਟੈਂਟ ਗੱਲ ਇਹ ਵੀ ਹੈ, ਇੰਪੋਰਟੈਂਟ ਨੋਟ, ਕਿ ਪ੍ਰੋਫਿਟ ਐਂਡ ਲਾਸ ਆਲਵੇਸ ਅਕਰ ਐਟ ਦਾ ਕਾਸਟ ਪ੍ਰਾਈਸ। ਲਾਭ ਜਾਂ ਹਾਨੀ ਹਮੇਸ਼ਾ ਕਾਸਟ ਪ੍ਰਾਈਸ ਦੇ ਉੱਤੇ ਕੈਲਕੂਲੇਟ ਕੀਤੀ ਜਾਂਦੀ ਹੈ, ਸੇਲ ਪ੍ਰਾਈਸ ਦੇ ਉੱਤੇ ਲਾਭ ਜਾਂ ਹਾਨੀ ਕੈਲਕੂਲੇਟ ਨਹੀਂ ਕੀਤੀ ਜਾਂਦੀ। Okay, now let us proceed further and try to do some of the sums which are related to profit and loss. Okay, students. Now let us try to solve some of the sums which are related to profit and loss. The first sum is very simple one. A man buys an article for rupees 120 and sells it for rupees 150. What is his profit percent? The cost price here is rupees, given here rupees 120, and sale price is rupees 150, and now he is asking us what is his profit percent. Naturally there would be profit because the cost price is 120 and sale price is 150. ਤੇ ਇਹ ਹੁਣ ਲਾਭ ਹੋਇਆ ਕਿੰਨਾ ਹੈ, ਪ੍ਰੋਫਿਟ ਕਿੰਨਾ ਹੋਇਆ, ਸਾਨੂੰ ਕੋਈ ਜੋੜ ਕਰਨ ਦੀ ਜ਼ਰੂਰਤ ਨਹੀਂ ਹੈ, ਪਤਾ ਹੀ ਹੈ ਵੀ 150 ਵਿੱਚ 120 ਘਟਾਵਾਂਗੇ ਤੇ 30 ਰੁਪਏ ਆ ਗਿਆ। ਤੇ ਆਪਾਂ ਕਰਨਾ ਹੈ ਪ੍ਰੋਫਿਟ ਪਰਸੈਂਟ। ਤੇ ਜਿਵੇਂ ਕਿ ਸਾਡਾ ਫਾਰਮੂਲਾ ਕਹਿੰਦਾ ਹੈ ਕਿ ਫਾਰਮੂਲੇ ਦੇ ਮੁਤਾਬਕ ਜਿੰਨਾ ਪ੍ਰੋਫਿਟ ਹੋਇਆ ਹੈ ਟੋਟਲ ਪ੍ਰੋਫਿਟ ਉਸ ਨੂੰ ਅਸੀਂ ਕਾਸਟ ਪ੍ਰਾਈਸ ਦੇ ਨਾਲ ਡਿਵਾਈਡ ਕਰ ਦੇਣਾ ਹੈ ਤੇ ਮਲਟੀਪਲਾਈ ਕਰ ਦੇਣਾ 100 ਦੇ ਨਾਲ। ਤੇ ਨੇਚਰਲੀ ਜਦੋਂ ਅਸੀਂ ਇਹਨੂੰ ਕੱਟ ਕਰਾਂਗੇ ਤੇ ਇਹ 25% आ जाना है, मीनिंग के जो प्रॉफिट परसेंट है, परसेंटेज प्रॉफिट है, जो प्रॉफिट परसेंट है वो 25% है। So here are the options: A 30, B 20%, C 25%, naturally 25%, C is the right answer, correct answer। Let us proceed further. Second sum: a man buys an article for rupees 300 and sells it for rupees 250. What is his loss percent? Here it is opposite to the first sum. Here cost price of the article is rupees 300, 300 rupees or rupees 300, and the selling price is rupee. Here it is given 2 rupees 250. Naturally there is loss. The loss है, कितना loss है, 300 सी cost price ते 250 सी sale price ते 50 रुपए का loss हो गया। ते ਆਪਾਂ loss percentage करनी है ਤੇ total loss ਫਾਰਮੂਲਾ ਤੁਹਾਨੂੰ ਯਾਦ ਹੀ ਹੋਏਗਾ ਜਿਹੜਾ ਕਿ ਆਪਾਂ ਸ਼ੁਰੂ ਵਿੱਚ ਡਿਸਕਸ ਕੀਤਾ ਹੈ ਕਿ ਟੋਟਲ ਜਿੰਨਾ loss ਹੋਇਆ ਹੈ ਉਸ ਨੂੰ ਅਸੀਂ cost price ਦੇ ਉੱਤੇ ਡਿਵਾਈਡ ਕਰ ਦੇਣਾ ਹੈ ਤੇ ਮਲਟੀਪਲਾਈ ਕਰ ਦੇਣਾ ਹੈ परसेंटेज करने वास्ते 100 ਦੇ ਨਾਲ। ਤੇ ਇਹ ਨੈਚੁਰਲੀ ਕੱਟ ਕਰਕੇ 5 36 ਤੇ ਇੱਥੇ 3 ਇੱਥੇ 50 ਤੇ ਮਤਲਬ ਕਿ ਅਲਟੀਮੇਟਲੀ 50/3 ਜਦੋਂ ਆਏਗਾ ਤੇ ਇਸ ਨੂੰ ਅਸੀਂ ਸੋਲਵ ਕਰਾਂਗੇ 16 ਸੀ 2/10%, 16 and 2/3 ਇੰਗਲਿਸ਼ ਚ ਕਹਿਣਾ ਹੋਵੇਗਾ ਜਾਂ ਮਤਲਬ 16 ਸੀ 2/10%। ਔਰ जो ऑप्शन ਦਿੱਤੀਆਂ ਹੋਈਆਂ ਨੇ ਉਹਨਾਂ ਵਿੱਚ B ਆਪਸ਼ਨ ਦੇ ਵਿੱਚ 16 ਸੀ 2/3 ਹੈਗਾ, ਇਹ ਆਪਸ਼ਨ 15 ਸੀ 2/3 ਹੈ, ਇਹ ਗਲਤ ਹੈ। ਸੈਕੰਡ ਆਪਸ਼ਨ B ਜਿਹੜੀ ਹੈਗੀ ਹੈ 16 ਸੀ 2/3%, that is the correct answer, or rest of the options are also incorrect। ਚਲੋ ਅੱਗੇ ਚੱਲਦੇ ਹਾਂ ਥਰਡ ਸਮ ਦੇ ਵਿੱਚ। A dishonest businessman declares to sell his goods at the cost price। एक थोड़ा जा बेईमानी रखने वाला बिजनेसमैन है, डीलर है, वो की करता है कि वो लोगों को भरमाउण दे वास्ते, अट्रैक्ट करने दे वास्ते टैक्स वरतदा है। की कहता है कि आओ बई आ जो लागत कीमत दे उत्ते तुहानूं आपां फ्री सेवा करिए ते लागत कीमत दे उत्ते तुहानूं चीज़ां देईए
ਤੇ ਉਹ ਡਿਕਲੇਅਰ ਕਰਦਾ ਹੈ ਕਿ ਜੋ ਲਾਗਤ ਕੀਮਤ ਹੈ ਉਹਦੇ ਤੇ ਹੀ ਮੈਂ ਤੁਹਾਨੂੰ ਚੀਜ਼ਾਂ ਦੇਵਾਂਗਾ। ਸੈਲ ਹਿਸ ਗੁੱਡਸ ਐਟ ਦ ਕਾਸਟ ਪ੍ਰਾਈਸ ਬਟ ਯੂਜ਼ਸ ਅ weight of 960 ਗ੍ਰਾਮ। 960 ਗ੍ਰਾਮ ਦਾ weight ਫਾਰ ਅ ਕਿਲੋਗ੍ਰਾਮ। 1 ਕਿਲੋਗ੍ਰਾਮ ਦੇ ਵਿੱਚ ਤੁਹਾਨੂੰ ਪਤਾ ਵੀ 1000 ਗ੍ਰਾਮ ਹੁੰਦੇ ਨੇ। ਇਸ ਕਰਕੇ ਉਹ 1000 ਗ੍ਰਾਮ ਦੇ ਬਦਲੇ 1 ਕਿਲੋਗ੍ਰਾਮ ਦੇ ਬਦਲੇ ਵੱਟਾ ਜਿਹੜਾ ਉਸਨੇ ਥੋੜਾ ਜਿਹਾ ਘੱਟ ਰੱਖਿਆ ਹੋਇਆ ਹੈ, ਮੀਨਿੰਗ ਕਿ 960 ਗ੍ਰਾਮ ਜਿਹੜਾ ਨਾ ਉਹਨੂੰ ਕਹਿ ਕੇ 1 ਕਿਲੋਗ੍ਰਾਮ ਤੇ ਚੀਜ਼ ਵੇਚ ਦਿੰਦਾ ਹੈ। ਉਹਦੇ ਨਾਲ ਗਾਹਕ ਖੁਸ਼ ਕਿ ਲਾਗਤ ਕੀਮਤ ਦੇ ਉੱਤੇ ਚੀਜ਼ ਮਿਲ ਗਈ ਹੈ, ਤੇ ਜਿਹੜਾ ਡੀਲਰ ਹੈ ਬਿਜ਼ਨਸਮੈਨ ਹੈ ਉਹ ਆਪਣੀ ਜਗ੍ਹਾ ਤੇ ਖੁਸ਼ ਕਿ ਮੈਂ ਵੀ ਘੱਟ ਨਹੀਂ ਮੀਨਿੰਗ ਕੀਤੀ, ਆਪਣਾ ਪ੍ਰੋਫਿਟ ਤਾਂ ਮੈਂ ਕੱਢ ਲਿਆ। ਪਰੰਤੂ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕਿੰਨਾ ਕੁ ਪ੍ਰੋਫਿਟ ਹੋਇਆ। ਫਾਈਂਡ ਹਿਸ ਗੇਨ ਪਰਸੈਂਟ। ਹੁਣ ਇੱਥੇ ਰੁਪੀਸ ਦੇ ਵਿੱਚ ਗੇਨ ਨਹੀਂ ਦਿੱਤਾ ਹੋਇਆ, ਪਰੰਤੂ ਉਹਦਾ ਜਿਹੜਾ ਗੇਨ ਹੈ ਨਾ, ਉਹਦਾ ਗੇਨ ਕਿੰਨਾ ਹੈ, ਉਹ 1000 ਗ੍ਰਾਮ ਜਿਹੜਾ ਕਿ 1 ਕਿਲੋਗ੍ਰਾਮ ਦੇ ਵਿੱਚ 1000 ਗ੍ਰਾਮ ਹੁੰਦੇ ਨੇ, ਉਹਦੀ ਬਦਲੇ ਉਸਨੇ 900 ਤੇ 60 ਗ੍ਰਾਮ ਵੇਟ ਕਰਕੇ ਦਿੱਤਾ ਹੈ, ਤੇ 40 ਗ੍ਰਾਮ ਦਾ ਜਿਹੜਾ ਨਾ ਉਹ ਫਾਇਦਾ ਉਠਾ ਗਿਆ ਹੈ। ਇਹ ਉਸਦਾ ਗੇਨ ਹੈ। ਤੇ ਇਹ ਕਿੰਨੇ ਪਿੱਛੇ ਉਹਨੇ ਜਦੋਂ ਤੋਲਿਆ ਤੇ ਕਿਲੋ ਬਣਾ ਕੇ 960 ਗ੍ਰਾਮ ਨੂੰ ਦਿੱਤਾ। 960 ਗ੍ਰਾਮ ਦੇ ਬਦਲੇ 40 ਗ੍ਰਾਮ ਦਾ ਉਸਨੂੰ ਪ੍ਰੋਫਿਟ ਹੋਇਆ ਹੈ। ਤੇ ਇਸ ਕਰਕੇ ਉਸਦਾ ਜਿਹੜਾ ਪ੍ਰੋਫਿਟ ਪਰਸੈਂਟ ਅਸੀਂ ਕੱਢਾਂਗੇ ਉਹ ਟੋਟਲ ਉਸਦਾ ਗੇਨ ਜਾਂ ਟੋਟਲ ਪ੍ਰੋਫਿਟ 40 ਗ੍ਰਾਮ ਦਾ ਕਿੰਨੇ ਪਿੱਛੇ ਹੋਇਆ, 960 ਦੇ ਪਿੱਛੇ ਹੋਇਆ, ਤੇ ਮਲਟੀਪਲਾਈਡ ਬਾਈ 100 ਕਰਾਂਗੇ ਤਾਂ 0 ਨਾਲ 0 24 ਚੌਕ 96 ਤੇ ਹੁਣ 4 24 ਤੇ 25 ਚੌਕਾ 100 ਔਰ ਇਹ ਆ ਗਿਆ ਸਾਡੇ ਕੋਲ 25/6 ਔਰ ਇਸ ਨੂੰ ਅਗਰ ਅਸੀਂ ਉਹ ਸਿੰਪਲੀਫਾਈ ਕਰਾਂਗੇ ਤਾਂ 4 से 6% ਜੋ ਹੈ ਇਹ ਸਾਡਾ ਆਨਸਰ ਹੋਏਗਾ। ਔਰ ਇੱਥੇ जो है बी ऑप्शन है, ये बी ऑप्शन है, ये 4 से 6%। ए ऑप्शन जो 5% है दैट इज रॉन्ग। सी 10% and 12% that is also wrong, meaning 4 and 1/6% is the correct answers। आगे हम फोर्थ सम है by selling 40 articles। उसने किसी डीलर ने 40 चीज़ां बेचियां। by selling 40 articles a man gained the selling price of 8 articles। 40 आर्टिकल जो बेच के उसने 8 आर्टिकल बचा ले। फाइंड हिज परसेंटेज गेन। ते प्रतिशत कितने प्रतिशत उसमें लाभ होया ये ਅਸੀਂ ਕੈਲਕੂਲੇਟ ਕਰਨਾ ਹੈ। ਤੇ ਇਹਦੇ ਵਾਸਤੇ ਬੜਾ ਸ਼ਾਰਟਕਟ ਇੱਕ ਫਾਰਮੂਲਾ ਹੈਗਾ ਹੈ, ਉਹ ਇਹ ਹੈ ਪੰਜਾਬੀ ਦੇ ਵਿੱਚ ਅਸੀਂ ਗੱਲ ਕਰੀਏ ਤੇ ਆਪਾਂ ਕਹਾਂਗੇ ਬਚੀਆਂ ਵਸਤੂਆਂ ਜਿਹੜੀਆਂ ਉਸਨੇ ਬਚਾ ਲਈਆਂ ਬਟਾ ਵੇਚੀਆਂ ਵਸਤੂਆਂ, ਤੇ ਇਸ ਨੂੰ ਮਲਟੀਪਲਾਈ 100 ਨਾਲ ਔਰ इंग्लिश में लिखिए कि रिमेनिंग आर्टिकल्स डिवाइडेड बाय सोल्ड आर्टिकल्स and multiply it by 100। This is the formula and may I tell you here in the sum के बचियां वस्तुआं ਉਹਦੇ ਕੋਲ ਵਸਤੂਆਂ ਬਚ ਗਈਆਂ ਨੇ 8 ਦੀ ਉਹਦੀ ਸੇਵਿੰਗ ਹੈ। 8 ਵਸਤੂਆਂ ਉਹਦੇ ਕੋਲ ਅਲੱਗ ਬਚ ਗਈਆਂ ਨੇ, ਉਹਦੀ ਸੈਲਿੰਗ ਪ੍ਰਾਈਸ ਦੇ ਬਰਾਬਰ ਉਹਨੂੰ ਪ੍ਰੋਫਿਟ ਇਹ ਹੋ ਗਿਆ ਹੈ। 8 ਬਚ ਗਈਆਂ ਤੇ ਇਹਦਾ ਮਤਲਬ ਇਹ ਹੈ ਕਿ ਉਸਨੇ 40 ਸਾਰੀਆਂ ਚੀਜ਼ਾਂ ਸੀ, 8 ਉਹਦੇ ਕੋਲ ਬਚੀਆਂ ਪਈਆਂ ਨੇ ਤੇ ਵੇਚੀਆਂ ਤਾਂ 32 ਵੇਚੀਆਂ ਨਾ। ਇਹਦਾ ਮਤਲਬ ਹੈ ਕਿ ਜਿਹੜੀਆਂ ਉਸਨੇ ਵਸਤੂਆਂ ਵੇਚੀਆਂ 32 ਤੇ ਉਹਦਾ ਬਰਾਬਰ ਖਾਤਾ ਹੋ ਗਿਆ ਜਿੰਨੇ ਪੈਸੇ ਉਹਨੇ ਇਨਵੈਸਟ ਕੀਤੇ ਸੀ। ਇਹਦਾ ਮਤਲਬ ਹੈ ਕਿ ਸੋਲਡ ਆਰਟੀਕਲਸ ਇੱਥੇ 32 ਲਾਵਾਂਗੇ and we will multiply it by 100। ਇੱਥੇ ਆ ਕੇ ਥੋੜੀ ਕਨਫਿਊਜ਼ਨ ਹੁੰਦੀ ਹੈ। ਕਈ ਸੋਚਣਗੇ ਸਟੂਡੈਂਟ ਸੋਚਦੇ ਨੇ ਕਿ 40 ਆਰਟੀਕਲ ਬਾਈ ਸੈਲਿੰਗ 40 ਆਰਟੀਕਲ ਵੀ ਉਸਨੇ ਆਰਟੀਕਲ 40 ਵੇਚੇ ਨੇ ਤੇ ਇਸ ਕਰਕੇ ਇੱਥੇ 32 ਕਿਉਂ। ਤਾਂ ਦੇਖੋ ਜਰਾ ਧਿਆਨ ਦੇ ਨਾਲ ਸੋਚੋ ਕਿ 40 ਚੀਜ਼ਾਂ ਤੇ ਸਾਰੀਆਂ ਪਈਆਂ ਸੀ, ਹੁਣ ਉਹਦੇ ਵਿੱਚੋਂ
8 वस्तुओं तो ਉਹਦਾ प्रॉफिट हो गया, बच गई वो पासे उसने रख लिया, 8 बच गई। ਇਹਦਾ मतलब ਵੇਚਿਆ ਤੇ ਉਸਨੇ 32 ਹੀ ਨੇ ਨਾ, 32 ਵਸਤੂਆਂ ਜਿਹੜੀਆਂ ਨੇ ਵੇਚ ਕੇ ਉਹਦਾ ਖਾਤਾ ਪੂਰਾ ਹੋ ਗਿਆ, ਉਹਦਾ ਜਿੰਨੀ ਉਹਦੀ ਇਨਵੈਸਟਮੈਂਟ ਸੀ, ਕਾਸਟ ਪ੍ਰਾਈਸ ਸੀ, ਉਹ ਪੂਰੀ ਹੋ ਗਈ ਤੇ 8 ਵਸਤੂਆਂ ਉਹਦੀਆਂ ਰਿਮੇਨਿੰਗ ਨੇ, 8 ਬਚ ਗਈਆਂ ਨੇ। ਔਰ ਕਿੰਨੀਆਂ ਵਸਤੂਆਂ ਵੇਚ ਕੇ? 32 ਵਸਤੂਆਂ ਆਰਟੀਕਲਸ ਵੇਚ ਕੇ ਉਹਦਾ ਖਾਤਾ ਬਰਾਬਰ ਹੋ ਗਿਆ ਤੇ ਇਸ ਨੂੰ 100 ਨਾਲ ਅਸੀਂ ਮਲਟੀਪਲਾਈ ਕਰ ਦੇਣਾ। ਹੁਣ ਜਦੋਂ ਅਸੀਂ ਇਸ ਨੂੰ ਕੱਟ ਕਰਾਂਗੇ 8 ਤੋਂ 32 ਤੇ 25, ਇਹਦਾ ਮਤਲਬ ਹੈ ਕਿ ਸਾਡਾ ਕਰੈਕਟ ਆਨਸਰ ਜੋ ਹੈ that would be 25%। और ऑप्शंस ਦੇ ਵਿੱਚ A 10% है, B 20% है, C ऑप्शन 25% है। that is correct option, मतलब 25% is the right option। ਤੇ ਇਸ ਤਰ੍ਹਾਂ ਕਰਕੇ ਜੋ ਹੈ ਡਾਇਰੈਕਟ ਫਾਰਮੂਲੇ ਦੀ ਵਰਤੋਂ ਕਰਦੇ ਹੋਏ ਆਪਾਂ ਇਸ ਸਮ ਨੂੰ ਸੋਲਵ ਕਰ ਸਕਦੇ ਹਾਂ। ਤੇ ਹੋਰ ਸਮ ਆਪਾਂ ਹੋਰ ਵੀ ਸਮ ਅੱਗੇ ਚੱਲਦੇ ਹਾਂ। ਲੈਟ ਅਸ ਪ੍ਰੋਸੀਡ ਫਰਦਰ। ਇਹ ਸਟੂਡੈਂਟਸ, ਇਸ ਤੋਂ ਪਹਿਲਾਂ ਕਿ ਆਪਾਂ ਕੁਝ ਹੋਰ ਸਮਸ ਸੋਲਵ ਕਰੀਏ, ਆਓ ਕੁਝ ਇੰਗਲਿਸ਼ ਦੇ ਸ਼ਬਦ ਸਿੱਖ ਲੈਂਦੇ ਹਾਂ। ਇਸ ਨੂੰ ਪੜ੍ਹੋ। ਲਿਖਿਆ ਹੈ I expect that you would accept my request। ਇਹਦਾ ਮੀਨਿੰਗ ਕੀ ਹੈ? I expect, मैं उम्मीद करता हाँ, that you would accept my request। accept ACCEPT वाला है, accept my request कि तुसी मेरी बेनती प्रवान करोगे। एक्सपेक्ट जो होता है ये होता है उम्मीद करना। I expect that you would इतने मॉडल है ते जिसका मतलब होता है कि गाएगी कि तुसी मेरी बेनती प्रवान करोगे। ते तुहानू पता ही है कि एट द एंड ऑफ द वीडियो रिक्वेस्ट की जाती है, बेनती की जाती है। हुण मैं इन बिटवीन तुहानू बेनती कर रहा है कि तुसी मेरी रिक्वेस्ट को प्रवान करते हुए इस चैनल को, मेरे चैनल को सबसक्राइब जरूर करोगे, क्योंकि देयर आर द नंबर ऑफ व्यूज which are being given by you, but the thing is that so many subscribers are not coming, so please subscribe my channel so that you may also get some benefit from the videos which I am going to upload now। ਤਾਂ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਤੁਸੀਂ, ਮੇਰੀ ਐਕਸਪੈਕਟੇਸ਼ਨ ਹੈ ਕਿ ਤੁਸੀਂ ਇਸ ਰਿਕੁਐਸਟ ਨੂੰ ਐਕਸੈਪਟ ਕਰੋਗੇ, ਪ੍ਰਵਾਨ ਕਰੋਗੇ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ। ਚਲੋ नेक्स्ट आप चलते हैं फिफ्थ सम दे उत्ते। अ मर्चेंट बॉट 200 eggs for ₹80। 200 egg खरीदे, 80 रुपए कॉस्ट प्राइस उसकी हो गई, ऑफ विच 40 eggs वर broken। ਉਹਦੇ ਵਿੱਚੋਂ 40 eggs ਜਿਹੜੇ ਸੀ ਉਹ ਟੁੱਟ ਗਏ ਤੇ ਬਾਕੀ ਬਚ ਗਏ। he sold rest of the eggs at ₹6 per dozen। ਬਾਕੀ ਜਿਹੜੇ ਬਚੇ ਹੋਏ ਸੀ ਉਹਨੇ 6 ਰੁਪਏ ਪ੍ਰਤੀ ਦਰਜਨ, ਦਰਜਨ ਦੇ ਵਿੱਚ 12 ਚੀਜ਼ਾਂ ਹੁੰਦੀਆਂ ਨੇ, 6 per dozen। find his gain or loss percent। ਹੁਣ ਸ਼ਾਰਟਕਟ ਦੇ ਵਿੱਚ ਟੋਟਲ ਐਗਸ ਜਿਹੜੇ ਸੀ, ਟੋਟਲ ਐਗਸ ਉਹ ਹੈਗੇ ਸੀ 200, ਬ੍ਰੋਕਨ ਜਿਹੜੇ ਸੀ ਉਹ ਹੋ ਗਏ 40, ਰਿਮੇਨਿੰਗ ਜਿਹੜੇ ਸੀ ਅੱਛੇ ਵਾਲੇ ਰਹਿ ਗਏ, ਰਿਮੇਨਿੰਗ ਉਹ ਰਹਿ ਗਏ 160। ਨੈਚੁਰਲੀ ਜਵਾਨੀ ਆਪਾਂ ਆਪਣੇ ਦਿਮਾਗ ਦੇ ਵਿੱਚ ਕੈਲਕੂਲੇਸ਼ਨ ਕਰਾਂਗੇ ਤਾਂ 100 ਦੇ ਵਿੱਚੋਂ 40 ਲੈਸ ਕਰ ਦਿਆਂਗੇ ਤੇ 160 ਬਚ ਗਏ। ਹੁਣ ਇਹ ਜਿਹੜੇ 160 ਬਚੇ ਹੋਏ ਐਗਸ ਨੇ ਉਸ ਨੂੰ ਕਿਸ ਨੇ ਵੇਚਿਆ ਤੇ ਉਸ ਦੇ ਵਿੱਚ ਸੇਲ ਪ੍ਰਾਈਸ ਉਸਦੀ ਕਿੰਨੀ ਹੋਈ ਹੈ? ਉਹਨੇ ਦਰਜਨ ਦੇ ਹਿਸਾਬ, ਔਰ ਦਰਜਨ ਦੇ ਵਿੱਚ ਡਜ਼ਨ ਦੇ ਵਿੱਚ 12 ਆਰਟੀਕਲਸ ਹੁੰਦੇ ਨੇ, ਕੋਈ ਵੀ ਚੀਜ਼ ਹੋਵੇ ਤਾਂ ਇਸ ਕਰਕੇ ਇਸ ਨੂੰ 12 ਤੇ ਆਪਾਂ ਡਿਵਾਈਡ ਕਰਾਂਗੇ 160 ਨੂੰ ਤੇ ਮਲਟੀਪਲਾਈ ਕਰਾਂਗੇ ਜਿਹੜੇ ਰੇਟ ਤੇ, ਉਹ ਰੇਟ ਉਸਨੇ ਵੇਚੇ ਨੇ 6 ਰੁਪਏ ਪਰ ਦਰਜਨ ਦੇ ਹਿਸਾਬ ਤੇ। ਤੇ ਇਹਦਾ ਮਤਲਬ ਹੈ ਕਿ ਉਸ ਨੇ ਇੰਨੀ ਉਹਦੀ ਸੇਲ ਪ੍ਰਾਈਸ ਆ ਗਈ। ਇਹ 200 ਐਗਸ ਸੀ ਜਿਹੜੇ ਉਸਨੇ ਖਰੀਦੇ ਸੀ, ਕਾਸਟ ਪ੍ਰਾਈਸ ਵੀ ਇਸਦੀ ਦਿੱਤੀ ਹੋਈ ਸੀ, ਉਹ ਕਿੰਨੀ ਹੈ? ਉਹ 80 ਰੁਪਏ ਦਿੱਤੀ ਹੋਈ ਸੀ, क्योंकि लिखा हुआ है कि bought 200 eggs for ₹80। 80 रुपए ला के उसने कॉस्ट प्राइस ਜਿਹੜੀ ਸੀ 80 ਰੁਪਏ ਉਸਨੇ ਇਨਵੈਸਟ ਕੀਤੇ ਤੇ ਇਹ ਐਗਸ ਖਰੀਦੇ ਸੀ। ਹੁਣ 40 ਤਾਂ ਜੋ ਟੁੱਟ ਗਏ, ਬਾਕੀ 160 ਬਚੇ। 160 ਜਿਹੜੇ ਸੀ ਉਸਨੇ 12 ਪ੍ਰਤੀ ਦਰਜਨ ਦੇ
ਦੇ ਸਾਲ ਦੇ ਵਿੱਚ ਇਹਨੇ 6 ਰੁਪਏ ਇੱਕ ਦਰਜਨ ਦਾ ਰੇਟ ਹੈ। ਜਦੋਂ ਇਹਨੂੰ ਕੱਟਾਂਗੇ ਤਾਂ ਇਹ 2 ਤੇ ਇਹ 80, ਮਤਲਬ ਕਿ ਵਟਕ ਜਾਂ ਉਸ ਦੀ ਜੋ ਸੇਲ ਹੈ ਉਹ 80 ਰੁਪਏ ਹੋ ਗਈ ਤੇ ਇਨਵੈਸਟਮੈਂਟ ਕਿੰਨੀ ਸੀ, ਕਾਸਟ ਪ੍ਰਾਈਸ ਕਿੰਨੀ ਸੀ, ਉਹ ਵੀ 80 ਰੁਪਏ ਤੇ ਵਟਕ ਜਾਂ ਉਸ ਦੀ ਸੇਲ ਉਹ ਵੀ 80 ਰੁਪਏ। ਫਿਰ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ, ਨਾ ਤੇ ਪ੍ਰੋਫਿਟ ਹੋਇਆ ਤੇ ਨਾ ਹੀ ਲਾਸ ਹੋਇਆ। ਇਸ ਕਰਕੇ ਆ ਸਾਰੇ ਆਪਸ਼ਨ ਧਿਆਨ ਨਾਲ ਵੇਖੀਏ ਤਾਂ A ਆਪਸ਼ਨ ਹੈ 5% ਪ੍ਰੋਫਿਟ, B 6% loss, 10% profit here in C option, and in D option there is no profit, no loss. It is the correct option, D option. Next है a man sold 2 horses for rupees 7,500 or 7,500 each। 2 ਘੋੜੇ ਸੀ, ਉਹਨਾਂ ਵਿੱਚੋਂ ਹਰ ਇੱਕ ਘੋੜਾ 7500 ਰੁਪਏ ਦਾ ਉਸਨੇ ਵੇਚਿਆ ਹੈ। On one horse he gained 10% profit and on the other he suffered 10% loss। ਇੱਕ ਤੇ 10% ਲਾਭ ਹੋ ਗਿਆ ਤੇ ਦੂਜੇ ਤੇ 10% ਉਸਨੂੰ ਹਾਨੀ ਹੋ ਗਈ। Find his profit or loss at the whole transaction। ਇਹ ਸਾਰੀ ਜਿਹੜਾ ਸੌਦਾ ਸੀ ਇਹਦੇ ਵਿੱਚ ਕਿੰਨੇ ਪਰਸੈਂਟ ਲਾਸ ਹੋਇਆ ਜਾਂ ਤੇ ਗੇਨ ਹੋਇਆ। ਮੇਰੀ ਟੈਲ ਯੂ ਕਿ ਇਹੋ ਜਿਹੇ ਸੌਦੇ ਦੇ ਵਿੱਚ ਜਦੋਂ ਕਿ ਸੋਲਡ ਸੇਲ ਪ੍ਰਾਈਸ ਜਿਹੜੀ ਹੈ ਉਹ ਵੀ ਸੇਮ ਹੋਵੇ ਤੇ ਪ੍ਰੋਫਿਟ ਤੇ ਲਾਸ ਪਰਸੈਂਟ ਉਹ ਵੀ ਸੇਮ ਹੀ ਹੋਵੇ ਤੇ ਫਿਰ ਇਸ ਟ੍ਰਾਂਜੈਕਸ਼ਨ ਦੇ ਵਿੱਚ ਪ੍ਰੋਫਿਟ ਦੇ ਕੋਈ ਚਾਂਸ ਨਹੀਂ ਹੁੰਦੇ, ਪ੍ਰੋਫਿਟ ਦਾ ਕੋਈ ਚਾਂਸ ਨਹੀਂ। ਇਹ ਸਿਰਫ ਇਹਦੇ ਚ ਘਾਟਾ ਹੀ ਪੈਂਦਾ ਹੈ ਔਰ ਕਿੰਨੇ ਪਰਸੈਂਟ ਦਾ ਘਾਟਾ ਹੋਇਆ ਉਹ ਆਪਾਂ ਕੈਲਕੂਲੇਟ ਕਰਾਂਗੇ। ਪਰੰਤੂ ਜੇਕਰ ਕੈਲਕੂਲੇਟ ਕਰਨਾ ਹੈ ਤੇ ਇੱਕ ਤੇ ਮੈਥਡ ਇਹ ਹੋ ਗਿਆ ਕਿ ਸਾਰੀ ਜਿਹੜੀ ਸੇਲ ਪ੍ਰਾਈਸ ਹੈ ਉਹ ਆਪਾਂ ਮੀਨਿੰਗ ਕੇ 7500 ਨੂੰ 2 ਨਾਲ ਮਲਟੀਪਲਾਈ ਕਰ ਦਿਆਂਗੇ ਤੇ 75 ਤੇ 75 ਤੇ ਮਤਲਬ ਕਿ 1,50,000 ਆ ਜਾਏਗਾ। ਫਿਰ ਆਪਾਂ ਅਲੱਗ-ਅਲੱਗ ਪ੍ਰੋਫਿਟ ਤੇ ਲਾਸ ਦਾ ਫਾਰਮੂਲਾ ਜਿਹੜਾ ਹੈਗਾ ਕਿ ਕਾਸਟ ਪ੍ਰਾਈਸ ਪਤਾ ਕਰਨ ਦਾ ਉਹ ਲਗਾ ਕੇ ਤੇ ਕਾਸਟ ਪ੍ਰਾਈਸ ਦਾ ਇੱਕ ਦਿਨ ਨਿਕਾਲਾਂਗੇ ਫਿਰ ਦੂਜੇ ਦਿਨ ਨਿਕਾਲਾਂਗੇ, ਫਿਰ ਆਪਾਂ ਉਹਨਾਂ ਦੋਵਾਂ ਨੂੰ ਜੋੜ ਦਿਆਂਗੇ ਤੇ ਫਿਰ ਪਤਾ ਚੱਲੇਗਾ ਕਿ ਕਿੰਨਾ ਪ੍ਰੋਫਿਟ ਹੋਇਆ ਕਿੰਨਾ ਲਾਸ ਹੋਇਆ ਟੋਟਲ ਕਰਕੇ ਤੇ ਫਿਰ ਫਾਰਮੂਲਾ ਲਾ ਕੇ ਪਰਸੈਂਟੇਜ ਕੱਟਾਂਗੇ। ਪਰੰਤੂ ਦੈਟ ਇਜ਼ ਅ ਲੌਂਗ ਪ੍ਰੋਸੈਸ, ਬੜਾ ਲੰਬਾ ਪ੍ਰੋਸੈਸ ਹੈ, ਆਪਣੇ ਕੋਲ ਟਾਈਮ ਦੀ ਕਮੀ ਹੁੰਦੀ ਹੈ ਤੇ ਇਹਦੇ ਵਿੱਚ ਯਾਦ ਰੱਖ ਲਓ ਕਿ ਜੇ ਇਹੋ ਜਿਹਾ ਸਮ ਆ ਜਾਵੇ ਤੇ ਇੱਕੋ ਲਾਈਨ ਦੇ ਵਿੱਚ ਸੋਲਵ ਹੁੰਦਾ ਜੀ। ਇਹ ਕੀ ਹੈ ਕਿ ਉਹਦੇ ਵਾਸਤੇ ਜਿਹੜਾ ਵੀ ਉਸਨੇ ਪੁੱਛਿਆ ਹੈ ਉਹ x% ਆਫ x ਇਹਦਾ ਆਨਸਰ ਹੈ। x% ਕੀ ਜਿਹੜਾ ਪ੍ਰੋਫਿਟ ਦੱਸਿਆ ਹੋਇਆ 10% ਤੇ ਲਾਸ ਵੀ ਦੱਸਿਆ ਹੋਇਆ 10%, ਇਸ ਦੇ ਵਿੱਚ ਉਹ ਹੈ x, ਮਤਲਬ ਕਿ x% ਆਫ x ਤੇ ਇਹਦਾ 10% ਦੇਤਾ 10 ਦਾ 10% ਮੀਨਿੰਗ ਕਿ 10% 10 ਨੂੰ ਉੱਪਰ ਲੈ ਕੇ ਇਹ ਪਰਸੈਂਟ ਦੇ ਵਾਸਤੇ 100 ਦੇ ਨਾਲ ਡਿਵਾਈਡ ਕਰਕੇ ਤੇ 10 ਦੇ ਨਾਲ ਹੀ ਇਸ ਨੂੰ ਮਲਟੀਪਲਾਈ ਕਰ ਦੇਣਾ ਹੈ। ਜੇ ਨਾਲ 0 ਗਈ ਜੇ ਨਾਲ 0 ਗਈ ਔਰ 1% ਔਰ ਇਹ ਸਾਨੂੰ ਪਤਾ ਹੁੰਦਾ ਕਿ ਇਹੋ ਜਿਹੀ ਟ੍ਰਾਂਜੈਕਸ਼ਨ ਦੇ ਵਿੱਚ ਇਹੋ ਜਿਹੇ ਸੌਦੇ ਦੇ ਵਿੱਚ ਹਮੇਸ਼ਾ ਲਾਸ ਹੀ ਹੁੰਦਾ ਹੈ। ਇਸ ਕਰਕੇ 1% ਦੇ ਵਿੱਚ ਲਾਸ ਆ ਗਿਆ ਤੇ ਉਹ ਸੀ ਆਪਸ਼ਨ ਹੈਗੀ ਹੈ 1% ਲਾਸ, 1% ਲਾਸ। ਤਾਂ ਇਸ ਤਰ੍ਹਾਂ ਕਰਕੇ ਇਹ ਈਜ਼ੀਲੀ ਸੋਲਵ ਕੀਤਾ ਜਾ ਸਕਦਾ ਹੈ। Let us proceed further. 7 ਦੇ ਵਿੱਚ ਹੈ ਪ੍ਰੀਤਮ purchased a car for rupees 1,50,000 rupees। ਹੁਣ ਪ੍ਰੀਤਮ ਨਾਂ ਦੇ ਆਦਮੀ ਨੇ 1,50,000 ਰੁਪਏ ਲਾ ਕੇ ਤੇ ਇੱਕ ਕਾਰ ਖਰੀਦੀ ਹੈ। ਫਿਰ ਉਹ ਪੁਰਾਣੀ ਕਾਰ ਸੈਕੰਡ ਹੈਂਡ ਸੀ ਤੇ ਕੁਝ ਰਿਪੇਅਰ ਦੀ ਜ਼ਰੂਰਤ ਸੀ, ਉਹਦੇ ਤੇ ਉਸਨੇ 10,000 ਰੁਪੀਸ ਲਗਾਏ ਵੀ ਹੈਗੇ ਨੇ। ਮੀਨਿੰਗ ਕਿ ਇਹਦੇ ਵਿੱਚ ਹੁਣ ਆਪਾਂ ਕਹਾਂਗੇ ਕਿ ਜਿਹੜੀ ਕਾਸਟ ਪ੍ਰਾਈਸ ਹੈ ਉਹ ਹੈਗੀ ਹੈ ਰੁਪੀਸ 1,50,000 ਰੁਪੀਸ। ਇਹ ਹੈ ਕਾਸਟ ਪ੍ਰਾਈਸ। ਸੇ ਰਿਪੇਅਰ ਵੀ ਕਿੰਨੀ ਲੱਗੀ ਹੈ, ਰਿਪੇਅਰ ਵੀ ਕਿੰਨੀ ਹੈ ਉਹ ਹੈਗੀ ਹੈ 10,000 ਰੁਪੀਸ ਤੇ ਟੋਟਲ ਜਿਹੜੀ ਉਸਦੀ ਕਾਸਟ ਪ੍ਰਾਈਸ ਹੋ ਗਈ ਇਹ 1,50,000 ਇਹ ਤੇ 10,000 ਇਹ 1,60,000 ਰੁਪਏ ਉਸਦੀ ਕਾਸਟ ਪ੍ਰਾਈਸ ਸਾਰੀ ਲਾਗਤ ਹੋ ਗਈ। ਹੁਣ ਉਸਨੇ ਸੇਲ ਪ੍ਰਾਈਸ ਉਸਦੀ
ਕੀਤੀ ਹੈ, ਇਹਨੂੰ ਸੇਲ ਕੀਤਾ ਹੈ 1,80,000 ਰੁਪਏ ਦਾ, ਤੇ ਨੇਚਰ ਦੀ ਲਗਾਇਆ ਸੀ 1,60,000 ਤੇ ਸੇਲ ਕਰ ਦਿੱਤੀ 1,80 ਦੀ, ਤੇ ਪ੍ਰੋਫਿਟ ਹੋਇਆ ਇਹਦੇ ਵਿੱਚ ਹੁਣ ਲਾਸ ਦੀ ਗੁੰਜਾਇਸ਼ ਨਹੀਂ, ਇਹਦਾ ਪ੍ਰੋਫਿਟ ਹੋ ਗਿਆ 20,000 ਰੁਪਏ। ਦੀਵਾਨੀ ਹੀ ਮੈਂ ਦੱਸਿਆ, ਤੁਸੀਂ ਕਰ ਸਕਦੇ ਹੋ 1,80 ਦੇ ਵਿੱਚੋਂ 1,60 ਘਟਾ ਦੇਾਂਗੇ ਤੇ ਇੰਨੇ ਰੁਪਏ ਜੋ ਹੈ ਮੀਨਿੰਗ ਕਿ 20,000 ਉਸ ਦਾ ਪ੍ਰੋਫਿਟ ਆ ਗਿਆ। ਤੇ ਹੁਣ ਅਸੀਂ ਕਰਨਾ ਪ੍ਰੋਫਿਟ ਪਰਸੈਂਟ, ਤੇ ਉਹਦੇ ਵਿੱਚ ਪਤਾ ਹੀ ਹੈ ਕਿ ਆਪਾਂ ਨੂੰ ਫਾਰਮੂਲੇ ਦੇ ਅਕੋਰਡਿੰਗ ਕਿ ਜਿਹੜਾ ਟੋਟਲ ਪ੍ਰੋਫਿਟ ਹੋਇਆ ਉਹਨੂੰ ਅਸੀਂ ਕੋਸਟ ਪ੍ਰਾਈਸ ਤੇ ਡਿਵਾਈਡ ਕਰਾਂਗੇ। ਹੁਣ ਇੱਥੇ ਨੁਕਤਾ ਇਹ ਆ ਜਾਂਦਾ ਹੈ ਕਿ ਇਹਨੂੰ ਕੋਸਟ ਪ੍ਰਾਈਸ ਇਹਨੂੰ ਨਹੀਂ ਮੰਨ ਲੈਣਾ, ਇਹਦੇ ਵਿੱਚ ਮੰਨਾਂਗੇ ਕਿ ਕੋਸਟ ਪ੍ਰਾਈਸ ਟੋਟਲ ਜਿਹੜੀ ਹੈਗੀ ਹੈ ਉਹ 1,60,000 ਰੁਪਏ ਹੈ, 1,60,000। ਕਿਉਂਕਿ ਜਿਹੜੇ 10,000 ਰੁਪਏ ਰਿਪੇਅਰ ਤੇ ਲਗਾਏ ਨੇ ਉਹ ਵੀ ਤੇ ਅਕਸਰ ਉਹਦੀ ਜੇਬ ਦੇ ਵਿੱਚੋਂ ਹੀ ਗਏ ਨੇ ਨਾ, ਇਸ ਕਰਕੇ ਟੋਟਲ ਕੋਸਟ ਪ੍ਰਾਈਸ 1,60,000 ਰੁਪਏ ਹੋਏਗੀ, ਨਾ ਕਿ 1,50,000 ਇਹ ਨਹੀਂ ਹੈ। ਇਸ ਕਰਕੇ ਇਹਨੂੰ ਆਪਾਂ ਡਿਵਾਈਡ ਕਰਾਂਗੇ 1,60,000 ਦੇ ਉੱਤੇ ਤੇ ਮਲਟੀਪਲਾਈ ਕਰ ਦਿਆਂਗੇ 100 ਦੇ ਨਾਲ। ਹੁਣ ਤੁਸੀਂ ਕੱਟ ਦਿਓ ਤੇ ਇਹ ਕੱਟ ਕੇ 2 8 ਇਹ ਹੁਣ 4 ਦੇ ਕੱਟਾਂਗੇ 4 ਦੋਨੇ 8 ਤੇ 25 14 100। ਤਾਂ ਇਸ ਦੇ ਵਿੱਚ ਜੋ ਹੈ ਜੇਕਰ ਕੋਈ ਮੈਂ ਕਿਤੇ ਗਲਤੀ ਨਹੀਂ ਕੀਤੀ ਤਾਂ ਆਪਾਂ ਜੋ ਹੈ ਇੱਕ ਕੈਲਕੂਲੇਟ ਕਰੀਏ ਕਿ ਪ੍ਰੋਫਿਟ ਉਸ ਦਾ ਆਇਆ ਸੀ, ਪ੍ਰੋਫਿਟ ਟੋਟਲ ਉਸ ਨੂੰ ਆ ਗਿਆ ਸੀ 20,000 ਰੁਪਏ, 20,000 ਰੁਪਇਆ, ਤੇ ਇਹ ਆਇਆ ਕਿੰਨੇ ਦੇ ਪਿੱਛੇ 1,60,000 ਦੇ ਪਿੱਛੇ। ਇਸ ਕਰਕੇ 1,60,000 ਤੇ ਮਲਟੀਪਲਾਈ 100 ਨਾਲ ਕੀਤਾ, ਕੱਟ ਕੇ ਜਦੋਂ ਕੱਟਿਆ ਇਸ ਨੂੰ ਤੇ 2 ਤੇ 8 ਨੂੰ 16 ਤੇ 4 ਦੋਨੇ 8 ਤੇ 25 ਚੌਕਾ 100 ਤੇ 12.5 12 से कितना 2% जो सी ये आ गया 12.5। इतने ऑप्शन जो है ना मैं चेंज कर लगे मतलब कि ये ऑप्शन साढ़े को है 12.5%। तो नेचुरली ये ऑप्शन इसलिए सही होएगी 12 से 2% उसनु लाभ हो गया है। अब इस वीडियो का लास्ट सम है a dealer marks his goods 20% above the cost price and then he allows some discount on it. He gains 8% overall. What is the discount percent? ਕੀ ਹੈ ਕਿ ਇੱਕ ਡੀਲਰ ਜੋ ਹੈ 20% ਆਪਣੀ ਚੀਜ਼ਾਂ ਦੇ ਉੱਤੇ ਵਧਾ ਕੇ ਰੇਟ ਲਿਖ ਲੈਂਦਾ ਹੈ। ਹੁਣ ਇਹ ਸਮ ਕਰਨ ਦੇ ਵਾਸਤੇ cost price let ਕਰਨਾ ਪਏਗਾ, let the cost price be cost price 100 ਤੇ ਮਾਰਕੀਟ ਪ੍ਰਾਈਸ ਜੋ ਹੈ ਇਹ ਕਿਉਂਕਿ 20% ਵਧਾ ਕੇ ਲਿਖਦਾ ਹੈ ਨੇਚਰਲੀ 120 ਰੁਪਏ ਉਹ ਲਿਖ ਲਏਗਾ ਤੇ ਫਿਰ ਇਹ ਤੇ ਡਿਸਕਾਊਂਟ ਦੇਵੇਗਾ। ਹੁਣ ਇਹ ਫੰਡਾ ਕੀ ਹੈ ਵੀ 100 ਰੁਪਏ ਦੀ ਚੀਜ਼ 120 ਲਿਖਦਾ ਹੈ ਤੇ ਫਿਰ ਡਿਸਕਾਊਂਟ ਦਿੰਦਾ ਹੈ। ਇਹ ਟੈਕਸ ਹੁੰਦੇ ਨੇ ਬਿਜ਼ਨਸ ਦੇ ਕਿ ਲੋਕਾਂ ਨੂੰ ਖੁਸ਼ ਕਰਨ ਦੇ ਵਾਸਤੇ, ਅਟਰੈਕਟ ਕਰਨ ਦੇ ਵਾਸਤੇ ਕਸਟਮਰ ਨੂੰ ਕਹਿੰਦੇ ਨੇ ਆਓ ਭਾਈ ਤੁਹਾਨੂੰ ਅਸੀਂ ਘੱਟ ਰੇਟ ਦੇ ਉੱਤੇ ਚੀਜ਼ ਦਿੰਦੇ ਆ, ਤੇ ਤਾਂ ਕਰਕੇ ਇਹੋ ਜਿਹੇ ਟੈਕਸ ਵਰਤੇ ਜਾਂਦੇ ਨੇ ਹਰੇਕ ਵਪਾਰੀ ਦੁਆਰਾ ਜਾਂ ਹਰੇਕ ਦੁਆਰਾ ਨਹੀਂ ਤਾਂ ਸਮ ਆਫ ਦਾ ਬਿਜ਼ਨਸ ਡੂ ਲਾਈਕ ਦਿਸ। ਤਾਂ 100 ਰੁਪਏ ਦੀ ਚੀਜ਼ ਸੀ ਉਹਨੂੰ 120 ਰੁਪਏ ਯਾਨੀ ਕਿ 20% ਵਧਾ ਕੇ ਲਿਖ ਲਿਆ ਤੇ ਹੁਣ ਉਹਨੂੰ ਡਿਸਕਾਊਂਟ ਦੇ ਦਿੱਤਾ ਕੁਛ ਤੇ ਅਲਟੀਮੇਟਲੀ ਉਸ ਨੂੰ 8% ਓਵਰਆਲ ਪ੍ਰੋਫਿਟ ਹੋ ਗਿਆ। ਇਹਦਾ ਮਤਲਬ ਹੈ ਕਿ ਸੇਲ ਪ੍ਰਾਈਸ ਉਸ ਦੀ ਕਿੰਨੀ ਹੋ ਗਈ 108 ਰੁਪਏ ਹੋ ਗਈ। ਇਹ 100 ਰੁਪਏ ਦੀ ਚੀਜ਼ ਸੀ ਵਧਾ ਕੇ ਲਿਖਦਾ 120 ਰੁਪਏ ਵੇਚ ਦਿੱਤੀ 108 ਦੀ ਤਾਂ ਹੀ 8% ਪੈਦਾ ਹੋਇਆ ਨਾ। 100 ਕੋਸਟ ਪ੍ਰਾਈਸ ਹੈ ਤੇ 8% ਦਾ ਉਸ ਨੂੰ ਪ੍ਰੋਫਿਟ ਹੋਇਆ ਹੈ ਤੇ ਇਹਦਾ ਮਤਲਬ ਸੇਲ ਪ੍ਰਾਈਸ ਉਸ ਦੀ 108 ਰੁਪਏ ਹੈ। ਹੁਣ ਲਿਖਿਆ ਹੋਇਆ ਚੀਜ਼ ਦੇ ਉੱਤੇ 120 ਰੁਪਏ ਤੇ ਵੇਚੀ ਹੈ 108 ਦੀ ਤੇ ਨੇਚਰਲੀ ਉਹਦਾ ਜਿਹੜਾ ਡਿਸਕਾਊਂਟ ਹੈ ਉਹ ਕਿੰਨਾ ਆ ਗਿਆ, ਡਿਸਕਾਊਂਟ 12 ਰੁਪਏ ਆ ਗਿਆ। ਮੀਨਿੰਗ ਕਿ 120 ਲਿਖਿਆ ਪਿਆ ਸੀ 108 ਦੀ ਗਾਹਕ ਨੂੰ ਉਹ ਚੀਜ਼ ਵੇਚ ਦਿੱਤੀ ਤੇ ਡਿਸਕਾਊਂਟ ਦੇ ਦਿੱਤਾ 12 ਰੁਪਏ। ਹੁਣ ਇਹ 12 ਰੁਪਏ ਡਿਸਕਾਊਂਟ ਹੈ ਜਿਹੜਾ ਇਹ ਕਿੰਨੇ ਦੇ ਉੱਤੇ ਹੋਇਆ ਹੈ, ਇਹ ਆਪਾਂ ਇਹ ਨਹੀਂ ਕਹਿਣਾ ਕਿ ਇਹ ਜਿਹੜਾ ਡਿਸਕਾਊਂਟ ਹੈ ਇਹ ਵੀ 100 ਰੁਪਏ ਦੇ ਉੱਤੇ ਹੋਇਆ ਹੈ, ਨਹੀਂ।
ਉਹਨੇ ਜਦੋਂ ਕਹਿ ਦਿੱਤਾ ਕਿ ਮਾਰਕੀਟ ਪ੍ਰਾਈਸ ਵੀ ਚੀਜ਼ ਬਈ 120 ਦੀ ਹੈ, ਇਹਦੇ ਉੱਤੇ 120 ਦੇ ਉੱਤੇ ਡਿਸਕਾਊਂਟ ਦੇਣਾ ਹੈ ਉਸਨੇ, ਕਿੰਨੇ ਪਰਸੈਂਟ ਦਿੱਤਾ ਇਹ ਆਪਣਾ ਪਤਾ ਕਰਨਾ ਹੈ ਆਪਾਂ। ਤੇ ਹੁਣ ਪਰਸੈਂਟੇਜ ਡਿਸਕਾਊਂਟ ਕਿੰਨਾ ਹੋਇਆ ਇਹ ਆਪਾਂ ਕੈਲਕੂਲੇਟ ਕਰਾਂਗੇ ਕਿ 12 ਰੁਪਏ ਡਿਸਕਾਊਂਟ ਟੋਟਲ ਹੈ ਕਿੰਨੇ ਦੇ ਉੱਤੇ, ਚੀਜ਼ ਉਸਨੇ ਲਿਖੀ ਹੋਈ ਸੀ 120 ਰੁਪਏ ਦੀ, ਇਸ ਕਰਕੇ 120 ਨਾਲ ਇੱਥੇ ਡਿਵਾਈਡ ਕਰਾਂਗੇ, 100 ਨਾਲ ਨਹੀਂ ਡਿਵਾਈਡ ਕਰਾਂਗੇ ਇੱਥੇ, ਐਂਡ ਮਲਟੀਪਲਾਈਡ ਬਾਈ 100। ਹੁਣ ਇਸ ਦੇ ਉੱਤੇ ਜਦੋਂ ਅਸੀਂ ਕੱਟ ਕਰਾਂਗੇ 0 ਨਾਲ 0 ਤੇ ਨੇਚਰਲੀ ਇਹ ਸਾਡਾ ਕੋਲ 10% ਆ ਜਾਏਗਾ, ਤੇ ਡਿਸਕਾਊਂਟ ਉਸਨੇ ਜੋ ਅਲਾਉ ਕੀਤਾ ਹੈ ਉਹ 10% ਹੈ। ਇਹ ਆਪਸ਼ਨ ਜਿਹੜੇ ਦੇਖੇ ਹੋਏ ਨੇ ਉਹਦੇ ਚ ਇਹ ਆਪਸ਼ਨ ਹੈਗੀ 10%, B 12, C 20%, D 25%, and the correct option is 10%। ਤਾਂ ਇਸ ਵੀਡੀਓ ਦੇ ਵਿੱਚ ਕੁਝ ਸਮਸ, ਕੁਝ ਟਾਈਪਸ ਆਪਾਂ ਡਿਸਕਸ ਕੀਤੀ ਹੈ। ਸੈਕੰਡ ਵੀਡੀਓ ਦੇ ਵਿੱਚ ਕੁਝ ਹੋਰ ਥੋੜੇ ਜਿਹੇ ਇਸ ਤਰ੍ਹਾਂ ਡਿਫਿਕਲਟ ਤੇ ਕੰਪਲਿਕੇਟਡ ਸਮਸ ਜਿਹੜੇ ਹੈਗੇ ਨੇ ਉਹ ਵੀ ਆਪਾਂ ਉਹ ਵੀ ਡਿਸਕਸ ਕਰਾਂਗੇ। In the end, there is again a request that you should subscribe my channel and share this video with your near and dear ones. And if you like this video, that would be very good. That would be a favor to me. Okay, thank you all of you.